ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰਾਂ ਜੀ ਪਰਮਿੰਦਰ ਕੌਰ ਪਰਮ ਦੁਆਰਾ ਲਿਖੀ ਗਈ ਕਹਾਣੀ ਦਾ ਭਾਗ ਦੂਜਾ ਲੈ ਕੇ। ਪਿਛਲੇ ਭਾਗ ਵਿੱਚ ਤੁਸੀਂ ਸੁਣਿਆ ਕਿ ਰੇਨੂ ਦੇ ਨਾਲ ਰਹਿੰਦੇ ਮੁੰਡੇ ਸਿਡਨੀ ਘੁੰਮਣ ਜਾਂਦੇ ਨੇ ਤੇ ਉਹ ਰੇਨੂ ਨੂੰ ਵੀ ਨਾਲ ਜਾਣ ਲਈ ਕਹਿੰਦੇ ਨੇ, ਪਰ ਰੇਨੂ ਮਨਾ ਕਰ ਦਿੰਦੀ ਹੈ। ਆਓ ਹੁਣ ਆਪਾਂ ਅੱਗੇ ਜਾਂਦੇ ਹਾਂ। ਜੱਗੀ ਇੱਥੇ ਵੀ ਕੀ ਕਰਨਾ, ਉਹ ਸੁਰਜੀਤ ਦੀਦੀ ਕੋਲ ਹੀ ਬੈਠਣਾ। ਸਾਰੇ ਜੱਗੀ ਵੱਲ ਘੂਰੀ ਵੱਟ ਰਹੇ ਸੀ। ਰੇਨੂ, ਤੁਸੀਂ ਸਾਰੀਆਂ ਕੁੜੀਆਂ ਨਾਲ ਐਵੇਂ ਹੀ ਵਰਤਾਓ ਕਰਦੇ ਹੋ। ਬੱਲੂ, ਨਾ ਹੀ ਪੁੱਛ, ਇੱਥੇ ਕੋਈ ਹੱਲ ਨਹੀਂ ਕੁੜੀਆਂ ਦਾ। ਬੱਲੂ ਹੌਂਕਾ ਲੈ ਕੇ ਕਹਿਣ ਲੱਗਾ, ਸਾਰੀਆਂ ਕੁੜੀਆਂ ਗਲਤ ਨਹੀਂ ਹੁੰਦੀਆਂ, ਪਰ ਹਾਲਾਤ ਐਸੀਆਂ ਗਲਤੀਆਂ ਕਰਵਾ ਦਿੰਦਾ ਹੈ ਕਿ ਉਹ ਉੱਠ ਕੇ ਬਾਹਰ ਚਲਾ ਜਾਂਦਾ ਹੈ। ਗੁਰਸੇਵਕ ਰੇਨੂ ਨੂੰ ਕਹਿੰਦਾ ਹੈ, ਜਾਣਾ ਤਾਂ ਚੱਲ ਤੂੰ ਵੀ ਸਾਡੇ ਨਾਲ, ਦੇਖ ਲੈ ਸਿਡਨੀ ਕੰਮ ਲੱਗ ਗਈ ਫਿਰ ਕਿੱਥੇ ਜਾ ਹੋਣਾ। ਰੇਨੂ ਮਨਾ ਕਰ ਦਿੰਦੀ ਹੈ। ਕਿਉਂ? ਉਹ ਭਾਵੇਂ ਉਹਨਾਂ 'ਤੇ ਯਕੀਨ ਕਰ ਸਕਦੀ ਸੀ, ਪਰ ਫਿਰ ਵੀ ਉਹ ਹਰ ਕਦਮ 'ਤੇ ਇਹਤਿਆਤ ਵਰਤ ਰਹੀ ਸੀ। ਉਹ ਸਾਰੇ ਚਲੇ ਗਏ। ਰੇਨੂ ਰਾਤ ਦਾ ਖਾਣਾ ਬਣਾ ਰਹੀ ਸੀ ਕਿ ਸੁਰਜੀਤ ਆ ਗਈ। ਉਹ ਉਸ ਨੂੰ ਕਹਿਣ ਲੱਗੀ ਕਿ ਕੰਮ ਮਿਲ ਗਿਆ ਤੈਨੂੰ। ਰੇਨੂ, ਹਾਂਜੀ ਦੀਦੀ। ਸੁਰਜੀਤ, ਕਿੱਥੇ? ਰੇਨੂ, ਸਿਡਨੀ 'ਚ ਹੀ ਆ, ਪੀਜ਼ਾ ਹੱਟ 'ਤੇ। ਸੁਰਜੀਤ, ਹਾ, ਅੱਛਾ, ਕਿੰਨੀ ਕੁ ਕਮਾਈ ਹੋਵੇਗੀ ਉਹਦੇ ਨਾਲ? ਰੇਨੂ, ਪਤਾ ਨਹੀਂ ਦੀਦੀ, ਅਜੇ ਪੁੱਛਿਆ ਨਹੀਂ, ਤੁਹਾਨੂੰ ਤਾਂ ਪਤਾ ਹੋਣਾ। ਸੁਰਜੀਤ, ਹਾਂ, ਅਸੀਂ ਕੀਤਾ ਸੀ ਕੰਮ ਉੱਥੇ, ਇੱਕ ਸਮੈਸਟਰ ਦੀ ਫੀਸ ਨਹੀਂ ਭਰ ਹੋਈ, ਘਰੋਂ ਪੈਸੇ ਮੰਗਵਾਏ। ਇੱਥੇ ਖਰਚ ਬਹੁਤ ਆ, ਨਾ ਮੈਡੀਕਲ ਫ੍ਰੀ, ਰੋਜ਼ ਦਾ ਖਾਣਾ ਪੀਣਾ, 2-2 ਘੰਟੇ ਦਾ ਸਫ਼ਰ ਕਰਕੇ ਕੰਮ 'ਤੇ ਜਾਣਾ। ਕਈਆਂ ਦੇ ਤਾਂ ਕਾਲਜ ਜਾਣ ਨੂੰ ਹੀ 2 ਘੰਟੇ ਲੱਗ ਜਾਂਦੇ ਆ। ਕਿਰਾਇਆ ਘਰ ਦਾ, ਬੱਸਾਂ ਦਾ, ਬਹੁਤ ਖਰਚੇ ਆੜੀਏ, ਨਹੀਂ ਹੁੰਦੇ ਪੂਰੇ। ਕੁੜੀਆਂ ਤਾਂ ਘਰੋਂ ਮੰਗਵਾ ਲੈਂਦੀਆਂ ਨੇ ਜੋ ਅਮੀਰ ਆ ਭਾਈ ਪਿੱਛੋਂ। ਕਈ ਤਾਂ ਵਿਚਾਰੀਆਂ ਘਰ ਨੂੰ ਮੁੜਨ ਦੀ ਸੋਚਦੀਆਂ ਨੇ। ਸੁਰਜੀਤ ਲਗਾਤਾਰ ਬੋਲ ਰਹੀ ਸੀ। ਉਸਦੇ ਬੋਲਾਂ ਨੇ ਰੇਨੂ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ। ਉਹ ਸੋਚਣ ਲੱਗੀ ਕਿ ਪਾਪਾ ਨਾ ਤਾਂ ਹੋਰ ਪੈਸੇ ਭੇਜਣ ਦੀ ਹਾਲਤ 'ਚ ਨੇ ਤੇ ਨਾ ਹੀ ਮੈਂ ਵਾਪਸ ਮੁੜ ਸਕਦੀ ਹਾਂ। ਸੁਰਜੀਤ, ਤੂੰ ਟੈਨਸ਼ਨ ਨਾ ਲੈ, ਮੈਂ ਵੀ ਪਾਰਟ ਟਾਈਮ ਕੰਮ ਕਰਦੀ ਹਾਂ, ਤੈਨੂੰ ਉੱਥੇ ਲਵਾ ਦੇਵਾਂਗੀ। ਬਾਹਰ ਗੱਡੀ ਦੀ ਆਵਾਜ਼ ਆਈ। ਸੁਰਜੀਤ ਨੇ ਕਿਹਾ, ਮੈਂ ਚੱਲਦੀ ਹਾਂ ਹੁਣ, ਕੱਲ੍ਹ ਚੱਲੀ ਜੇ ਜਾਣਾ ਕੰਮ ਸਵੇਰੇ 8 ਵਜੇ। ਤੇ ਇੰਨਾ ਤਾਂ ਪੀਜ਼ਾ ਹੱਟ 'ਤੇ ਕੰਮ ਕਰਕੇ ਤੂੰ ਮਹੀਨੇ 'ਚ ਨਹੀਂ ਕਮਾਉਣੇ ਜਿੰਨੇ 2 ਦਿਨ 'ਚ ਕਮਾ ਲੈਣੇ। ਸ਼ਨੀਵਾਰ ਐਤਵਾਰ ਡਬਲ ਸ਼ਿਫਟ, ਉਸਨੇ ਅੱਖ ਦਬਾਉਂਦੇ ਹੋਏ ਕਿਹਾ। ਉਹ ਚਲੀ ਗਈ। ਰੇਨੂ ਖੜੀ ਸੋਚ ਰਹੀ ਸੀ ਕਿ ਅਜਿਹਾ ਕਿਹੜਾ ਕੰਮ ਹੈ ਜਿਸ ਵਿੱਚ ਇੰਨਾ ਪੈਸਾ ਹੈ ਤੇ ਕੁੜੀਆਂ ਸਾਰੀਆਂ ਉਹੀ ਕੰਮ ਕਿਉਂ ਨਹੀਂ ਕਰ ਲੈਂਦੀਆਂ। ਫਿਰ ਦੇਖਦੇ ਹਾਂ ਕੀ ਕੰਮ ਹੈ। ਐਨੇ ਨੂੰ ਸਾਰੇ ਵਾਪਸ ਆ ਗਏ। ਰੇਨੂ ਨਾਲ ਮਿਲ ਕੇ ਸਾਰੇ ਖਾਣਾ ਬਣਾਉਣ ਲੱਗੇ। ਜਸ ਰੇਨੂ ਦੀ ਬਹੁਤ ਮਦਦ ਕਰਦਾ ਸੀ। ਹਰ ਕੰਮ 'ਚ ਉਹ ਉਸਦੇ ਕਰੀਬ ਰਹਿਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਸੀ। ਉਹ ਰੇਨੂ ਦੇ ਹਾਣ ਦਾ ਸੀ ਤੇ ਰੇਨੂ ਨਾਲ ਮਸਤੀ ਕਰਦਾ ਰਹਿੰਦਾ ਸੀ। ਉਹ ਰੇਨੂ ਨੂੰ ਦੱਸਣ ਲੱਗਾ, ਰੇਨੂ, ਸਿਡਨੀ ਬਹੁਤ ਸੋਹਣਾ, ਤੂੰ ਵੀ ਚੱਲਦੀ, ਅਸੀਂ ਬੜੇ ਮਜ਼ੇ ਕੀਤੇ। ਅੱਛਾ, ਇਹ ਦੱਸ ਕਿ ਇਹ ਸੁਰਜੀਤ ਦੀਦੀ ਤੇਰੀ ਕੀ ਕਰਨ ਆਈ ਸੀ? ਰੇਨੂ ਨੂੰ ਪਤਾ ਸੀ ਕਿ ਇਹ ਸਾਰੇ ਮੁੰਡੇ ਸੁਰਜੀਤ ਨੂੰ ਪਸੰਦ ਨਹੀਂ ਕਰਦੇ, ਪਰ ਕਾਰਨ ਨਹੀਂ ਸੀ ਪਤਾ। ਰੇਨੂ ਹੱਸ ਕੇ ਬਾਹਰ ਪੋਰਚ 'ਚ ਜਾ ਬੈਠੀ। ਉਸਦੇ ਜਵਾਬ ਨਾ ਦੇਣਾ ਜਸ ਨੂੰ ਚੰਗਾ ਨਾ ਲੱਗਾ ਤੇ ਉਹ ਵੀ ਪੋਰਚ 'ਚ ਜਾ ਬੈਠਾ। ਰੇਨੂ ਨੇ ਕਿਹਾ, ਕੀ ਆ ਤੇਰਾ ਇਹੀ ਕੰਮ ਆ? ਮੇਰੀ ਮਰਜ਼ੀ, ਮੈਨੂੰ ਉਹ ਚੰਗੀ ਲੱਗਦੀ ਆ ਉਹ। ਜਸ, ਠੀਕ ਆ, ਕਹਿ ਕੇ ਉਹ ਉੱਠ ਕੇ ਅੰਦਰ ਚਲਾ ਗਿਆ। ਰੇਨੂ ਨੂੰ ਪਤਾ ਸੀ ਕਿ ਜਸ ਉਸਨੂੰ ਪਸੰਦ ਕਰਦਾ ਹੈ ਤੇ ਉਹ ਉਸਦੀ ਬਹੁਤ ਫਿਕਰ ਵੀ ਕਰਦਾ ਹੈ, ਪਰ ਇਹਨੂੰ ਸੋਚਣ ਲੱਗੀ, ਮੈਂ ਇਹ ਸਭ ਸੋਚ ਵੀ ਨਹੀਂ ਸਕਦੀ। ਇਹ ਪਿਆਰ ਮੁਹੱਬਤ ਮੇਰੇ ਵਾਸਤੇ ਨਹੀਂ, ਮੇਰੀ ਮੰਜ਼ਿਲ ਇਹ ਨਹੀਂ। ਹਾਲਾਂਕਿ ਉਹ ਵੀ ਜਸ ਦੀਆਂ ਸ਼ਰਾਰਤਾਂ ਨੂੰ ਬਹੁਤ ਪਸੰਦ ਕਰਦੀ ਸੀ, ਪਰ ਉਹ ਆਪਣੇ ਮਨ ਨੂੰ ਕਮਾਂਡ ਦਿੰਦੀ ਹੈ, ਨਹੀਂ, ਮੈਂ ਇਹ ਸੋਚ ਵੀ ਨਹੀਂ ਸਕਦੀ ਅਜੇ ਤਾਂ ਬਹੁਤ ਕੁਝ ਕਰਨਾ ਬਣਨਾ ਏ। ਉਹ ਵੀ ਉੱਠ ਕੇ ਅੰਦਰ ਚਲੀ ਜਾਂਦੀ ਹੈ। ਸਾਰੇ ਉਸਨੂੰ ਸਿਡਨੀ ਦੀ ਖੂਬਸੂਰਤੀ ਬਾਰੇ ਦੱਸਦੇ ਹਨ, ਪਰ ਜਸ ਚੁੱਪਚਾਪ ਲੇਟਿਆ ਸੀ। ਰੇਨੂ ਨੇ ਗੁਰਸੇਵਕ ਨੂੰ ਪੁੱਛਿਆ, ਅੱਛਾ, ਤੁਸੀਂ ਸਾਰੇ ਸੁਰਜੀਤ ਨੂੰ ਪਸੰਦ ਕਿਉਂ ਨਹੀਂ ਕਰਦੇ? ਗੁਰਸੇਵਕ, ਗੱਲ ਪਸੰਦ ਦੀ ਨਹੀਂ, ਬਸ ਕੁਝ ਚੀਜ਼ਾਂ ਬਿਆਨ ਨਹੀਂ ਕੀਤੀਆਂ ਜਾਂਦੀਆਂ। ਉਹ ਕੁੜੀ ਠੀਕ ਨਹੀਂ। ਰੇਨੂ ਨੇ ਕੁਝ ਹੋਰ ਨਾ ਪੁੱਛਣਾ ਚਾਹਿਆ। ਉਸਨੂੰ ਲੱਗਾ ਕਿ ਸ਼ਾਇਦ ਸੁਰਜੀਤ ਲੜਾਕੇ ਸੁਭਾਅ ਦੀ ਹੋਣੀ ਜਾਂ ਉਸਦਾ ਕਿਸੇ ਗੁੰਡੇ ਮੁੰਡੇ ਨਾਲ ਸੰਬੰਧ ਹੋਣਾ। ਉਹ ਮਨ 'ਚ ਸੋਚਾਂ ਸੋਚਦੀ ਮੁਸਕਰਾਈ ਤੇ ਕਹਿਣ ਲੱਗੀ, ਮੈਨੂੰ ਕੀ, ਜੋ ਮਰਜ਼ੀ ਹੋਵੇ, ਨਾਲੇ ਮੇਰੇ ਨਾਲ ਤਾਂ ਵਧੀਆ ਗੱਲ ਕਰਦੀ ਆ।
ਸਾਰੇ ਸੋ ਗਏ। ਰੇਨੂ ਨੇ ਫ਼ੋਨ ਕਰਨਾ ਸੀ, ਉਹ ਬਾਹਰ ਚਲੀ ਗਈ ਤੇ ਉਸਨੇ ਰਾਮ ਲਾਲ ਨੂੰ ਫ਼ੋਨ ਕਰਕੇ ਦੱਸਿਆ ਕਿ ਮੈਂ ਬਿਲਕੁਲ ਠੀਕ ਹਾਂ ਪਾਪਾ, ਮੈਂ ਬਹੁਤ ਖੁਸ਼ ਹਾਂ ਪਾਪਾ। ਉਸ ਤੋਂ ਜ਼ਿਆਦਾ ਗੱਲ ਨਹੀਂ ਹੋਈ। ਉਹ ਰੋਣ ਲੱਗ ਪਈ ਤੇ ਫ਼ੋਨ ਕੱਟ ਦਿੱਤਾ। ਪਾਪਾ ਨੈਟਵਰਕ ਨਹੀਂ ਆ ਰਿਹਾ। ਉਹ ਅੰਦਰ ਜਾ ਕੇ ਸੌਣ ਲੱਗਦੀ ਹੈ। ਸਾਰੇ ਸੌ ਗਏ ਸੀ। ਜਸ ਜਿਵੇਂ ਉਸਦੀ ਉਡੀਕ ਕਰ ਰਿਹਾ ਸੀ। ਆ ਜਾ ਰੋਂਦੂ, ਇੱਥੇ ਸੌ ਜਾ। ਹਾ। ਉਹ ਉਸਨੂੰ ਚਿੜਾਉਂਦਾ ਰਿਹਾ, ਪਰ ਰੇਨੂ ਦਾ ਚਿੱਤ ਖੰਭ ਲਾ ਕੇ ਉੱਡ ਗਿਆ ਸੀ। ਉਸਦਾ ਦਿਲ ਕਰਦਾ ਸੀ ਕਿ ਉਹ ਵਾਪਸ ਇੰਡੀਆ ਚਲੀ ਜਾਵੇ। ਉਹ ਜਸ ਨੂੰ ਪੁੱਛਣ ਲੱਗੀ, ਜਸ ਫੀਸ ਰਿਫੰਡ ਹੋ ਸਕਦੀ ਹੈ? ਜਸ ਉੱਠ ਕੇ ਉਸ ਕੋਲ ਬੈਠ ਜਾਂਦਾ ਹੈ। ਰੇਨੂ ਦਾ ਭਰਿਆ ਮਨ ਵਹਿ ਜਾਂਦਾ ਹੈ। ਉਹ ਬਹੁਤ ਰੋਂਦੀ ਹੈ। ਜਸ ਉਸਨੂੰ ਚੁੱਪ ਕਰਾਉਂਦਾ ਤੇ ਦੱਸਦਾ ਹੈ ਕਿ ਮੈਂ ਵੀ ਹੁਣੀ ਆਇਆ, ਮਹੀਨਾ ਹੋਇਆ। ਤੂੰ ਤਾਂ ਕੁੜੀ ਆਂ, ਰੋ ਵੀ ਲੈਂਦੀ ਆਂ, ਮੈਂ ਤਾਂ ਰੋ ਵੀ ਨਹੀਂ ਸਕਦਾ। ਮੰਮਾ ਪਾਪਾ ਦੀ ਬਹੁਤ ਯਾਦ ਆਉਂਦੀ ਆ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਰੇਨੂ ਉਸ ਵੱਲ ਦੇਖ ਕੇ ਰੋਂਦੀ ਹੋਈ ਹੱਸ ਪੈਂਦੀ ਤੇ ਉਸਨੂੰ ਰੋਂਦੂ ਕਹਿ ਕੇ ਹਸਾ ਦਿੰਦੀ ਹੈ। ਜਸ ਉਸਨੂੰ ਕਹਿੰਦਾ ਹੈ, ਜਦ ਮੈਂ ਪਿੰਡ ਸੀ ਸਾਰਾ ਦਿਨ ਹੱਸਦੇ ਰਹਿੰਦੇ ਸੀ। ਇੱਥੇ ਬਹਾਨੇ ਲੱਭਣੇ ਪੈਂਦੇ ਨੇ ਹੱਸਣ ਦੇ। ਹਰ ਛੋਟੀ ਛੋਟੀ ਗੱਲ ਉੱਚੀ ਉੱਚੀ ਹੱਸ ਕੇ ਸਾਰਾ ਗਮ ਲੁਕਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਫਿਰ ਜਸ ਰੇਨੂ ਨੂੰ ਕਹਿੰਦਾ ਹੈ, ਗੁੱਡ ਨਾਈਟ, ਸੋ ਜਾ ਹੁਣ, ਕੱਲ੍ਹ ਤੋਂ ਕੰਮ ਜਾਣਾ ਤੂੰ ਵੀ। ਰੇਨੂ ਸਿਰ ਹਿਲਾ ਦਿੰਦੀ ਹੈ। ਰੇਨੂ 1 ਹਫ਼ਤਾ ਉੱਥੇ ਕੰਮ 'ਤੇ ਜਾਂਦੀ ਹੈ। ਉਸ ਤੋਂ ਬਾਅਦ ਉਸਦਾ ਕਾਲਜ ਲੱਗ ਜਾਂਦਾ ਹੈ। ਹੁਣ ਉਸਨੂੰ ਔਖਾ ਲੱਗਦਾ ਸੀ। ਕੰਮ ਤੇ ਕਾਲਜ ਵਿੱਚ ਬਹੁਤ ਦੂਰੀ ਸੀ ਤੇ ਉਸਦਾ ਘਰ 2 ਘੰਟੇ ਦੀ ਦੂਰੀ 'ਤੇ ਸੀ। ਉਸਨੇ ਕਾਲਜ ਵਿੱਚ ਕੁੜੀਆਂ ਨਾਲ ਗੱਲ ਕੀਤੀ ਤੇ ਉਹਨਾਂ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਜਸ ਤੇ ਰੇਨੂ ਵਿੱਚ ਇਹਨਾਂ ਦਿਨਾਂ 'ਚ ਇੱਕ ਬੇਨਾਮ ਰਿਸ਼ਤਾ ਜਨਮ ਲੈ ਚੁੱਕਾ ਸੀ। ਰੇਨੂ ਨਾਲ ਹੁਣ 3 ਕੁੜੀਆਂ ਰਹਿੰਦੀਆਂ ਸੀ, ਪਰ ਉਹ ਕੁੜੀਆਂ ਘਰ ਘੱਟ ਹੀ ਰਹਿੰਦੀਆਂ ਸੀ ਤੇ ਉਹਨਾਂ ਦੇ ਕੁਝ ਮੁੰਡਿਆਂ ਨਾਲ ਸੰਬੰਧ ਸੀ। ਉਹ ਅਕਸਰ ਉੱਥੇ ਆਉਂਦੇ ਰਹਿੰਦੇ ਸੀ। ਰੇਨੂ ਨੂੰ ਉਸ ਘਰ ਦਾ ਮਾਹੌਲ ਠੀਕ ਨਹੀਂ ਸੀ ਲੱਗਦਾ, ਪਰ ਮਜਬੂਰੀ ਨੂੰ ਉਹ ਉੱਥੇ ਰਹੀ। ਟੀਨਾ ਉਹਨਾਂ 'ਚੋਂ ਬੜੀ ਸੀ ਤੇ ਉਸਦੀ ਸਟੱਡੀ ਪੂਰੀ ਹੋ ਗਈ ਸੀ। ਉਹ ਵਰਕ ਪਰਮਿਟ 'ਤੇ ਸੀ। ਰੇਨੂ ਨੇ 1 ਸਮੈਸਟਰ ਦੀ ਫੀਸ ਭਰ ਦਿੱਤੀ ਤੇ ਜਦੋਂ ਉਸਨੇ ਬੈਂਕ ਬੈਲੈਂਸ ਚੈੱਕ ਕੀਤਾ ਤਾਂ ਉਸ ਕੋਲ ਬਹੁਤ ਘੱਟ ਪੈਸੇ ਬਚੇ ਸੀ ਤੇ ਦੂਜੇ ਸਮੈਸਟਰ ਦੀ ਫੀਸ ਵੀ ਸਿਰ 'ਤੇ ਆ ਗਈ। ਰੇਨੂ ਨੂੰ ਫਿਕਰ 'ਚ ਨਾ ਭੁੱਖ ਸੀ ਨਾ ਨੀਂਦ। ਉਹ ਬੇਚੈਨ ਰਹਿਣ ਲੱਗੀ। ਟੀਨਾ ਨੇ ਉਸਨੂੰ ਕਿਹਾ ਕਿ ਦੇਖ ਰੇਨੂ, ਇੱਥੇ ਪੈਸੇ ਦਰਖਤਾਂ ਨੂੰ ਨਹੀਂ ਲੱਗਦੇ। ਸਭ ਪੁੱਠੇ ਕੰਮ ਕਰਦੇ ਆ ਪੈਸੇ ਕਮਾਉਣ ਲਈ, ਨਾਲੇ ਰਸਤਾ ਹੀ ਕੋਈ ਨਹੀਂ ਬਚਦਾ। ਜਦ ਇੰਡੀਆ 'ਚ ਜਾ ਕੇ ਵਿਆਹ ਕਰਵਾ ਲੈਂਦੇ ਆ, ਕੌਣ ਦੇਖਦਾ ਕਿ ਕੀ ਕੀਤਾ। ਸਭ ਮਿੰਨਤਾਂ ਕਰਦੇ ਆ ਸਾਡਾ ਮੁੰਡਾ ਨਿਕਲ ਜਾਵੇ ਬਾਹਰ। ਮੁੰਡੇ ਕਿਹੜਾ ਸ਼ੁਰੂ ਤੋਂ ਸਹੀ ਹੀ ਹੁੰਦੇ ਆ, ਕੁੜੀਆਂ ਤਾਂ ਨਹੀਂ ਇਤਰਾਜ਼ ਕਰਦੀਆਂ। ਸੋਚ ਲੈ, ਫੀਸਾਂ ਫੂਸਾਂ ਦੀ ਤਾਂ ਗੱਲ ਹੀ ਕੋਈ ਨਹੀਂ, ਵਾਲਾ ਪੈਸਾ ਇਹਦੇ 'ਚ। ਰੇਨੂ ਉਸਦੀਆਂ ਗੱਲਾਂ ਸੁਣ ਕੇ ਸੁੰਨ ਹੋ ਗਈ। ਇੰਨੇ ਨੂੰ ਉਸਦਾ ਬॉयਫ੍ਰੈਂਡ ਆ ਜਾਂਦਾ ਹੈ ਤੇ ਦੋਵੇਂ ਡਰੱਗਸ ਲੈਣ ਲੱਗਦੇ ਨੇ। ਰੇਨੂ ਉੱਠ ਕੇ ਬਾਹਰ ਚਲੀ ਜਾਂਦੀ ਹੈ ਤੇ ਸੋਚਦੀ ਹੈ ਕਿ ਕਿਸ ਭਾਅ ਪੈ ਰਿਹਾ ਹੈ ਪਰਦੇਸ ਸਾਨੂੰ। ਉਹ ਅੰਦਰ ਗਈ। ਟੀਨਾ ਤੇ ਉਹ ਮੁੰਡਾ ਬੇਸੁਰਤ ਪਏ ਸੀ। ਪ੍ਰਵੀਨ ਤੇ ਸੁਮਨ ਵਾਪਸ ਆ ਜਾਂਦੀਆਂ ਹਨ, ਪਰ ਪ੍ਰਵੀਨ ਬਹੁਤ ਰੋਣ ਲੱਗੀ। ਰੇਨੂ ਨੇ ਉਹਨੂੰ ਚੁੱਪ ਕਰਵਾਇਆ। ਉਹ ਵੀ ਬਹੁਤ ਨਸ਼ੇ 'ਚ ਸੀ। ਰੇਨੂ ਨੇ ਪੁੱਛਿਆ, ਕੀ ਹੋਇਆ, ਘਰ ਦੀ ਯਾਦ ਆ ਰਹੀ ਹੈ? ਪ੍ਰਵੀਨ, ਨਹੀਂ, ਮੈਂ ਪ੍ਰੈਗਨੈਂਟ ਹਾਂ, ਉਹ ਰੋਂਦੀ ਹੋਈ ਦੱਸਣ ਲੱਗੀ। ਉਹਨੇ ਕਿਹਾ ਸੀ ਕਿ ਉਹ ਆਪਣੀ ਘਰਵਾਲੀ ਨੂੰ ਤਲਾਕ ਦੇਵੇਗਾ ਤੇ ਮੇਰੇ ਨਾਲ ਵਿਆਹ ਕਰਵਾ ਲਵੇਗਾ। ਮੈਂ ਪੱਕੀ ਨਹੀਂ ਸੀ ਹੋ ਪਾ ਰਹੀ। ਮੈਨੂੰ ਇਹ ਸ਼ਾਰਟਕਟ ਲੱਗਾ। ਉਹ ਮੇਰੇ ਤੋਂ 12 ਸਾਲ ਬੜਾ ਹੈ ਤੇ 2 ਬੱਚਿਆਂ ਵਾਲਾ ਏ। ਉਹ ਕਹਿੰਦਾ ਸੀ ਮੈਂ ਤਲਾਕ ਲੈ ਰਿਹਾ ਆਪਣੀ ਘਰਵਾਲੀ ਤੋਂ, ਪਰ ਹੁਣ ਸਾਰੀ ਗੱਲ ਮੇਰੇ 'ਤੇ ਸੁੱਟ ਦਿੱਤੀ। ਮੈਂ ਵਾਪਸ ਇੰਡੀਆ ਨਹੀਂ ਜਾ ਸਕਦੀ। ਮੇਰੇ ਮਾਂ-ਬਾਪ ਦੋਵੇਂ ਬਿਮਾਰ ਰਹਿੰਦੇ ਆ। ਇੱਕੋ ਕਿੱਲਾ ਸੀ ਪਾਪਾ ਕੋਲ, ਉਹ ਵੀ ਵੇਚ ਕੇ ਭੇਜਿਆ ਸੀ ਮੈਨੂੰ। ਭਰਾ ਮਰ ਗਿਆ ਸੀ ਮੇਰਾ ਨਸ਼ੇ ਕਰਕੇ, ਪਰ ਉਹੀ ਮੈਂ ਕਰ ਰਹੀ ਹਾਂ। ਉਹ ਉੱਚੀ ਉੱਚੀ ਰੋਣ ਲੱਗੀ। ਰੇਨੂ ਦਾ ਜਿਵੇਂ ਖੂਨ ਹੀ ਜੰਮ ਗਿਆ। ਉਹ ਡਰ ਗਈ। ਉਸਨੇ ਪੁੱਛਿਆ, ਮਿਲੀ ਕਿੱਥੇ ਸੀ ਉਸਨੂੰ? ਕੀ ਪਤਾ ਨਹੀਂ ਸੀ ਤੈਨੂੰ ਉਸਦੇ ਵਿਆਹ ਹੋਣ ਬਾਰੇ? ਪ੍ਰਵੀਨ, ਮੇਰੇ ਨਾਲ ਸ਼ਿਫਟ 'ਚ ਹੁੰਦਾ ਸੀ। ਰੋਂਦਾ ਸੀ ਮੇਰੇ ਕੋਲ ਆ ਕੇ, ਕਹਿੰਦਾ ਸੀ ਮੇਰੀ ਘਰਵਾਲੀ ਚੰਗੀ ਔਰਤ ਨੇ, ਮੈਂ ਤਲਾਕ ਦੇ ਦੇਣਾ। ਤੂੰ ਨਾ ਪਈ ਅੜੀਏ ਇਸ ਕੰਮ 'ਚ। ਇਹ ਸ਼ਾਰਟਕਟ ਬਰਬਾਦੀ ਦਾ ਰਾਹ ਏ। ਮਿਹਨਤ ਕਰ ਲਈ, ਪਰ ਇਸ ਕੰਮ 'ਚ ਨਾ ਪਈ। ਰੇਨੂ ਨੂੰ ਲੱਗ ਰਿਹਾ ਸੀ ਕਿ ਉਹ ਕੋਈ ਸੁਪਨਾ ਦੇਖ ਰਹੀ ਹੈ। ਉਸਦਾ ਦਿਮਾਗ ਉਸਨੂੰ ਇਹ ਸਭ ਮੰਨਣ ਤੋਂ ਰੋਕ ਰਿਹਾ ਸੀ।
ਉਹ ਸੋਚ ਲੈਂਦੀ ਹੈ ਕਿ ਉਹ ਕੱਲ੍ਹ ਤੋਂ ਹੀ ਇੱਥੋਂ ਚਲੀ ਜਾਵੇਗੀ। ਰੇਨੂ ਦੂਜੇ ਦਿਨ ਹੀ ਕੰਮ 'ਤੇ ਨਵਾਂ ਘਰ ਲੱਭਣ ਲੱਗਦੀ ਹੈ। ਇਸ ਕੰਮ ਲਈ ਉਹ ਆਪਣੇ ਹੀ ਕਾਲਜ ਦੀਆਂ ਕੁੜੀਆਂ ਦੀ ਮਦਦ ਲੈਂਦੀ ਹੈ। ਉਸਦੀ ਜਾਣ ਪਹਿਚਾਣ ਸੁਖਪ੍ਰੀਤ ਨਾਮ ਦੀ ਕੁੜੀ ਨਾਲ ਹੁੰਦੀ ਹੈ। ਉਹ ਕੁੜੀ ਉਸਨੂੰ ਕਹਿੰਦੀ ਹੈ, ਮੈਂ ਆਪਣੀਆਂ ਹੀ ਛੋਟੀਆਂ ਭੈਣਾਂ ਨਾਲ ਰਹਿ ਰਹੀ ਹਾਂ, ਜੇ ਤੂੰ ਐਡਜਸਟ ਕਰਨਾ ਚਾਹੁੰਦੀ ਹੈ ਤਾਂ ਦੇਖ ਲਵੀਂ। ਰੇਨੂ, ਮੈਂ ਰਹਿ ਲਵਾਂਗੀ। ਰੇਨੂ ਇੱਕ ਵੇਅਰ ਹਾਊਸ 'ਚ ਕੰਮ ਕਰਨ ਲੱਗਦੀ ਹੈ। ਉੱਥੇ ਹੀ ਉਹ ਕੁੜੀਆਂ ਵੀ ਕੰਮ ਕਰਦੀਆਂ ਸੀ। ਉਹ 3 ਭੈਣਾਂ ਚਾਚੇ ਤਾਈ ਦੀਆਂ ਕੁੜੀਆਂ ਸੀ। ਤਿੰਨਾਂ 'ਚੋਂ ਇੱਕ ਅੰਮ੍ਰਿਤਧਾਰੀ ਸੀ। ਉਹਨਾਂ ਨਾਲ ਰਹਿ ਕੇ ਰੇਨੂ ਨੇ ਇੱਕ ਅਲੱਗ ਹੀ ਪਰਦੇਸ ਦੇਖਿਆ। ਉਹ ਤਿੰਨੋਂ ਮਿਹਨਤੀ ਸੀ ਤੇ ਉਹ ਕਈ ਜਗ੍ਹਾ ਕੰਮ ਕਰਦੀਆਂ ਸੀ। ਸਵੇਰੇ 5 ਵਜੇ ਘਰੋਂ ਬੱਸ 'ਚ ਬੈਠ ਜਾਂਦੀਆਂ। 6 ਤੋਂ 8 ਉਹ ਫਾਰਮ 'ਚ ਪੈਕਿੰਗ ਦਾ ਕੰਮ ਕਰਦੀਆਂ। ਫਿਰ 8:30 ਤੋਂ 2 ਵਜੇ ਕਾਲਜ, ਫਿਰ ਕਾਲਜ ਤੋਂ ਸਿੱਧਾ ਵੇਅਰ ਹਾਊਸ, ਜਿੱਥੇ ਉਹ ਰਾਤ ਦੇ 7 ਵਜੇ ਤੱਕ ਕੰਮ ਕਰਦੀਆਂ। ਰੇਨੂ ਉਹਨਾਂ ਨੂੰ ਦੇਖ ਕੇ ਸੋਚ ਰਹੀ ਸੀ, ਜ਼ਿੰਦਗੀ ਦੇ ਸ਼ਾਰਟਕਟ ਨਾਲੋਂ ਮਿਹਨਤ ਦਾ ਲੰਬਾ ਰਾਹ ਹਮੇਸ਼ਾ ਚੰਗਾ ਤੇ ਮਾਣ ਭਰਿਆ ਹੁੰਦਾ ਹੈ। ਸਭ ਕੁਝ ਆਸਾਨ ਹੁੰਦਾ ਹੈ, ਬਸ ਚੁਣਨਾ ਸਾਡੇ ਹੱਥ 'ਚ ਹੁੰਦਾ ਹੈ। ਰੇਨੂ ਬਹੁਤ ਖੁਸ਼ ਸੀ। ਉਹ ਉਹਨਾਂ ਕੁੜੀਆਂ ਨਾਲ ਐਤਵਾਰ ਨੂੰ ਗੁਰਦੁਆਰਾ ਸਾਹਿਬ ਜਾਣ ਲੱਗੀ। ਉਹ ਰੋਜ਼ ਪਾਠ ਕਰਦੀਆਂ ਤੇ ਆਪਣੀ ਪੜ੍ਹਾਈ ਤੇ ਕੰਮ 'ਤੇ ਧਿਆਨ ਦਿੰਦੀਆਂ। ਉਹ ਵੀਕਐਂਡ 'ਤੇ ਘੁੰਮਣ ਵੀ ਜਾਂਦੀਆਂ। ਰੇਨੂ ਨੇ ਜਦੋਂ ਆਪਣੇ ਕਮਾਏ ਪੈਸੇ 'ਚੋਂ ਦੂਜੇ ਸਮੈਸਟਰ ਦੀ ਫੀਸ ਭਰੀ, ਉਸਨੂੰ ਅਨੋਖੀ ਸੰਤੁਸ਼ਟੀ ਹੋਈ। ਉਹ ਭਗਵਾਨ ਦਾ ਰੋਜ਼ ਧੰਨਵਾਦ ਕਰਦੀ ਕਿ ਸ਼ੁਕਰ ਹੈ ਭਗਵਾਨ, ਮੈਂ ਡਰ ਤੇ ਮਜਬੂਰੀ ਵਿੱਚ ਘਬਰਾ ਕੇ ਆਪਣੇ ਰਸਤੇ ਤੋਂ ਨਹੀਂ ਭਟਕੀ, ਮੈਂ ਉਸ ਗੰਦਗੀ ਦਾ ਹਿੱਸਾ ਨਹੀਂ ਬਣੀ। ਰੇਨੂ ਨੇ ਜਸ ਨਾਲ ਵੀ ਆਪਣੀ ਦੋਸਤੀ ਦੀ ਕਦੇ ਹੱਦ ਪਾਰ ਨਾ ਕੀਤੀ। ਸੁਖਪ੍ਰੀਤ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ। ਉਹ ਹਮੇਸ਼ਾ ਕਹਿੰਦੀ, ਮੈਂ ਪਾਪਾ ਨੂੰ ਹਮੇਸ਼ਾ ਕਹਿੰਦੀ ਸੀ, ਪਾਪਾ ਮੈਂ ਪੁੱਤ ਹੀ ਹਾਂ ਤੁਹਾਡਾ। ਪਰ ਪਾਪਾ ਕਹਿੰਦੇ ਸੀ, ਮੁੰਡਾ ਬਣਨ ਲਈ ਮੁੰਡਿਆਂ ਵਾਲੇ ਕੰਮ ਕਰਨੇ ਜ਼ਰੂਰੀ ਨਹੀਂ ਹੁੰਦੇ, ਬਲਕਿ ਧੀਆਂ ਆਪਣੀ ਮਰਿਆਦਾ 'ਚ ਰਹਿ ਕੇ ਵੀ ਮੁੰਡਾ ਬਣ ਸਕਦੀਆਂ ਨੇ। ਆਪਣੇ ਮਾਪਿਆਂ ਦਾ ਸਿਰ ਉੱਚਾ ਕਰਕੇ, ਉਹਨਾਂ ਦੀ ਇੱਜ਼ਤ ਸਾਂਭ ਕੇ ਉਹਨਾਂ ਦਾ ਮਾਣ ਬਣਾ ਸਕਦੀਆਂ ਨੇ। ਪਰ ਅੱਜ ਕੱਲ੍ਹ ਤਾਂ ਕੁੜੀਆਂ ਮੁੰਡਿਆਂ ਦੀ ਤਰ੍ਹਾਂ ਬਣਨ 'ਤੇ ਜ਼ਿਆਦਾ ਜ਼ੋਰ ਦੇ ਰਹੀਆਂ ਨੇ। ਰੇਨੂ, ਸਾਡੇ ਸਕੂਲ ਦਾ ਰਸਤਾ ਕੱਚਾ ਸੀ ਤੇ ਸਾਰੇ ਬੱਚੇ ਬਰਸਾਤ ਵਿੱਚ ਪਾਣੀ ਨਾਲ ਭਰੇ ਹੋਏ ਟੋਏ ਲੱਭ ਕੇ ਉਹਨਾਂ ਵਿੱਚ ਪੈਰ ਮਾਰ ਕੇ ਉਹਨਾਂ ਦੀ ਗੰਦਗੀ ਆਪਣੇ ਉੱਤੇ ਪਾਉਂਦੇ ਰਹਿੰਦੇ। ਪਰ ਮੈਂ ਤੇ ਮੇਰਾ ਭਰਾ ਟੋਇਆਂ ਦੇ ਨਾਲ ਬਚੀ ਸਾਫ਼ ਸੜਕ ਦੇਖ ਕੇ ਬਚ ਕੇ ਨਿਕਲਦੇ ਕਿ ਕਿਤੇ ਛਿੱਟੇ ਸਾਡੇ 'ਤੇ ਨਾ ਪੈ ਜਾਣ। ਉਸ ਤੋਂ ਅੱਜ ਸਬਕ ਮਿਲ ਗਿਆ ਹੈ ਕਿ ਇਹ ਸਿਰਫ ਸਾਡੀ ਸੋਚ ਤੇ ਚਾਹਤ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਣਾ ਚਾਹੁੰਦੇ ਹਾਂ। ਨਹੀਂ ਤਾਂ ਰਸਤਾ ਇੱਕੋ ਹੁੰਦਾ, ਬਸ ਤੈਅ ਕਰਨ ਦਾ ਤਰੀਕਾ ਆਪਣੇ ਹੁੰਦੇ ਨੇ। ਰੇਨੂ ਦੀ ਪੜ੍ਹਾਈ ਪੂਰੀ ਹੋ ਗਈ, ਪਰ ਰਾਮ ਲਾਲ ਬੜਾ ਰੂੜੀਵਾਦੀ ਹੋਣ ਕਰਕੇ ਉਹ ਜਸ ਤੇ ਰੇਨੂ ਦੇ ਰਿਸ਼ਤੇ ਲਈ ਨਾ ਮੰਨਿਆ। ਜਸ ਦਾ ਵਿਆਹ ਕੈਨੇਡਾ ਵਾਲੀ ਕੁੜੀ ਨਾਲ ਹੋ ਗਿਆ। ਉਹ ਕੈਨੇਡਾ ਚਲਾ ਗਿਆ। ਗੁਰਸੇਵਕ ਤੇ ਬੱਲੂ ਅੱਜ ਵੀ ਰੇਨੂ ਦੇ ਚੰਗੇ ਦੋਸਤ ਹਨ। ਰੇਨੂ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਆਸਟ੍ਰੇਲੀਆ ਦੀ PR ਲੈ ਲਈ ਤੇ ਚੰਡੀਗੜ੍ਹ ਦੇ ਮੋਹਿਤ ਨਾਮ ਦੇ ਮੁੰਡੇ ਨਾਲ ਉਸਦਾ ਵਿਆਹ ਹੋ ਗਿਆ। ਉਸਨੇ MA ਕੀਤੀ ਹੋਈ ਸੀ। ਉਸਨੂੰ ਵੀ ਆਸਟ੍ਰੇਲੀਆ 'ਚ ਚੰਗੀ ਨੌਕਰੀ ਮਿਲ ਗਈ। ਸੁਖਪ੍ਰੀਤ ਦਾ ਵਿਆਹ ਵੀ ਗੁਰਸਿੱਖ ਮੁੰਡੇ ਨਾਲ ਹੋਇਆ। ਉਹ ਸਾਰੇ ਹੁਣ ਪਰਿਵਾਰ ਦੀ ਤਰ੍ਹਾਂ ਸੁੱਖ ਦੁੱਖ ਵਿੱਚ ਇੱਕ ਦੂਜੇ ਦੇ ਸਾਥੀ ਹਨ। ਰੇਨੂ ਹੁਣ ਨਵੇਂ ਪਹੁੰਚੇ ਸਟੂਡੈਂਟ ਦੀ ਹੈਲਪ ਕਰਦੀ ਹੈ। ਉਹਨਾਂ ਨੂੰ ਸਹੀ ਰਸਤਾ ਚੁਣਨ ਲਈ ਉਹਨਾਂ ਨੂੰ ਫ੍ਰੀ ਕਾਉਂਸਲਿੰਗ ਸੈਸ਼ਨ ਦਿੰਦੀ ਹੈ ਤੇ ਕਹਿੰਦੀ ਹੈ, ਸਹੀ ਸਮੇਂ 'ਤੇ ਸਹੀ ਫੈਸਲੇ ਲੈਣ ਲਈ ਸਿਰਫ ਸ਼ਾਂਤ ਮਨ ਦੀ ਜ਼ਰੂਰਤ ਹੁੰਦੀ ਹੈ। ਤੁਹਾਨੂੰ ਸਹੀ ਨਾਲੋਂ ਜ਼ਿਆਦਾ ਗਲਤ ਰਸਤੇ 'ਤੇ ਲੈ ਕੇ ਜਾਣ ਵਾਲੇ ਮਿਲਣਗੇ। ਉਹ ਉਸ ਗਲਤ ਰਸਤੇ ਨੂੰ ਸੋਨੇ ਦੀ ਤਰ੍ਹਾਂ ਚਮਕਾ ਕੇ ਤੁਹਾਡੇ ਅੱਗੇ ਪੇਸ਼ ਕਰਨਗੇ। ਬਸ ਉਸ ਵਕਤ ਧੀਰਜ ਰੱਖੋ। ਜਿਵੇਂ ਕੋਈ ਵੀ ਜਿੰਦਾ ਉਸਨੂੰ ਖੋਲ੍ਹਣ ਵਾਲੀ ਚਾਬੀ ਤੋਂ ਬਿਨਾਂ ਨਹੀਂ ਬਣਦਾ, ਰੱਬ ਵੀ ਜਦੋਂ ਮੁਸੀਬਤ ਦਿੰਦਾ ਹੈ ਤਾਂ ਉਸਦਾ ਹੱਲ ਵੀ ਜ਼ਰੂਰ ਦਿੰਦਾ ਹੈ। ਛੇਤੀ ਤੇ ਆਸਾਨ ਹੱਲ ਹਮੇਸ਼ਾ ਸਹੀ ਨਹੀਂ ਹੁੰਦੇ। ਸਮਝਣਾ ਅਸੀਂ ਹੁੰਦਾ ਹੈ ਕਿ ਇਸ ਦਾ ਨਤੀਜਾ ਕੀ ਹੋ ਸਕਦਾ ਹੈ। ਰੇਨੂ ਨੂੰ ਹੁਣ ਅਸਲ ਮਾਇਨੇ 'ਚ ਪਰਦੇਸ ਸੋਹਣਾ ਲੱਗ ਰਿਹਾ ਸੀ। ਉਹ ਹੁਣ ਪਰਦੇਸ ਦੀ ਖੂਬਸੂਰਤੀ ਸਾਫ਼ ਦੇਖ ਪਾ ਰਹੀ ਸੀ। ਉਹ ਸੋਚਦੀ ਹੈ, ਪਰਦੇਸ ਬਹੁਤ ਸੋਹਣਾ ਹੈ, ਬਿਲਕੁਲ ਉਵੇਂ ਦਾ ਜਿਵੇਂ ਮੇਰੇ ਖ਼ਾਬਾਂ ਵਿੱਚ ਸੀ। ਬਸ ਜਦੋਂ ਅਸੀਂ ਪਰਦੇਸ ਆ ਕੇ ਜ਼ੀਰੋ ਤੋਂ ਜ਼ਿੰਦਗੀ ਸ਼ੁਰੂ ਕਰਦੇ ਹਾਂ ਤਾਂ ਸਾਡੀ ਹਾਲਤ ਉਸ ਮਲਾਹ ਵਰਗੀ ਹੋ ਜਾਂਦੀ ਆ ਜਿਸ ਨੂੰ ਚੱਪੂ ਫੜਨਾ ਵੀ ਨਹੀਂ ਆਉਂਦਾ ਤੇ ਉਸ ਦੀ ਕਿਸ਼ਤੀ ਵੀ ਸਮੁੰਦਰ ਦੇ ਵਿਚਕਾਰ ਜਾ ਪਹੁੰਚੀ ਹੋਵੇ।
ਮੁਸੀਬਤਾਂ ਸਾਨੂੰ ਡਰਾ ਦਿੰਦੀਆਂ ਹਨ, ਪਰ ਅਸੀਂ ਕਮਜ਼ੋਰ ਨਾ ਪੈ ਕੇ ਉਸ ਦਾ ਮੂੰਹ ਤੋੜ ਸਕਦੇ ਹਾਂ। ਪਰਦੇਸਾਂ 'ਚ ਜ਼ਿੰਦਗੀ ਸੌਖੀ ਤਾਂ ਨਹੀਂ, ਪਰ ਰੱਬ ਵੀ ਮਜ਼ਬੂਰ ਇਰਾਦੇ ਵਾਲਿਆਂ ਨੂੰ ਹੀ ਮੁਸੀਬਤਾਂ 'ਚ ਪਾਉਂਦਾ ਹੈ, ਇਹ ਦੇਖਣ ਲਈ ਕਿ ਕਿਤੇ ਡੋਲ ਤਾਂ ਨਹੀਂ ਜਾਵੇਗਾ। ਸਾਰੇ ਵਿਦੇਸ਼ ਸੋਹਣਿਆਂ ਤੇ ਮਜ਼ਬੂਤ ਇਰਾਦੇ ਵਾਲਿਆਂ ਨੇ ਹੀ ਵਿਦੇਸ਼ਾਂ 'ਚ ਕਾਮਯਾਬੀ ਦੇ ਝੰਡੇ ਗੱਡੇ ਹਨ। ਰੇਨੂ ਵਰਗੀਆਂ ਧੀਆਂ ਅਸਲ 'ਚ ਉਦਾਹਰਨ ਬਣਦੀਆਂ ਹਨ ਇਸ ਸਮਾਜ ਲਈ। ਧੰਨਵਾਦ ਜੀ। ਜੇਕਰ ਕਹਾਣੀ ਵਧੀਆ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ।